23 ਤਰੀਕ ਨੂੰ ਸਾਰੇ ਮੁਲਕ ਦੇ ਵਿੱਚ ਅੱਧੇ ਦਿਨ ਦੀ ਭੁੱਖ ਹੜਤਾਲ ਹੈ। ਸਾਰੇ ਲੋਕਾਂ ਨੂੰ, ਕਿਸਾਨਾਂ ਨੂੰ ਕਿਹਾ ਵੀ ਉਹ ਅੱਧੇ ਦਿਨ ਦੀ ਕਰਨ। 27 ਤਰੀਕ ਨੂੰ ਮੋਦੀ ਦੀ ਜਿਹੜਾ ਹੈਗੀ ਆ ਮੂਹਰੇ ਜਦੋਂ ਉਹਦੀ ਮਨ ਕੀ ਬਾਤ ਹੋਊਗੀ, ਥਾਲੀਆਂ ਖੜਕਾਉਣ ਵਾਲੀ ਹੈ। ਜੇ ਉਹਦਾ ਸਰਕਾਰ ਦਾ ਰਵੱਈਏ 'ਚ ਕੋਈ ਨਾ ਪੋਜ਼ੀਟਿਵ ਚੇਂਜ ਆਈ ਤਾਂ ਫਿਰ ਇਹ ਜਿਹੜਾ ਹੈਗਾ ਇਹ ਗਾਹਾਂ ਅਗਲੇ ਜਿਹੜੇ ਹਫ਼ਤੇ ਦੀ ਰਣਨੀਤੀ ਹੋਊਗੀ ਉਹ ਤਿੱਖੀ ਵੀ ਹੋਊਗੀ ਤੇ ਇਦੋਂ ਹਾਇਰ ਲੈਵਲ ਦੀ ਵੀ ਹੋਊਗੀ, ਸਰਕਾਰ ਨੂੰ ਉਹ ਸੇਕ ਲਾਉਣ ਵਾਲੀ ਵੀ ਹੋਊਗੀ। ਹੁਣ ਇਹਦਾ ਇਹ ਹੋਊਗਾ ਵੀ ਜਾਂ ਤਾਂ ਰੱਦ ਕਰਨੇ ਪੈਣਗੇ ਜਾਂ ਫਿਰ ਸਾਨੂੰ ਇੱਥੋਂ ਕੁੱਟ ਕੇ ਠਾਏ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਸਖਤੀ ਵਾਸਤੇ ਅਸੀਂ ਤਿਆਰ ਹਾਂ, ਅਸੀਂ ਕੋਈ ਟੱਕਰਾ ਨਹੀਂ ਕਰਾਂਗੇ, ਅਸੀਂ ਸ਼ਾਂਤਮਈ ਝੱਲਾਂਗੇ, ਜ਼ਬਰ ਨੂੰ ਸਬਰ ਨਾਲ ਝੱਲਾਂਗੇ। ਅਸੀਂ ਤਾਂ ਉਡੀਕਦੇ ਹਾਂ ਵੀ ਸ਼ੁਰੂ ਕਰਨ, ਉਹ ਲੰਮਾ ਕਿਉਂ ਕਰ ਰਹੇ ਨੇ। ਕਾਨੂੰਨਾਂ ਨੂੰ ਜਦੋਂ ਰੱਦ ਕਰਾਤਾ ਉਹਦੀ ਫਾਈਨਲ ਜਿੱਤ ਹੋਊਗੀ, ਪਰ ਇਦੋਂ ਪਹਿਲਾਂ ਨੇ ਅੰਸ਼ਕ ਜਿੱਤਾਂ, ਫਾਈਨਲ ਜਿੱਤਾਂ ਤੋਂ ਪਹਿਲਾਂ ਵੱਡੀਆਂ ਜਿੱਤਾਂ ਇਹਨੇ ਪ੍ਰਾਪਤ ਕਰ ਲਈਆਂ। किसानी अंदोलन पूरे जोरां ते है। किसान जथेबंदियां वालों संघर्ष तिखे करन दे कल ऐलान किए गए ने। साडे नाल भारती किसान यूनियन क्रांतिकारी दे सूबा प्रधान ने सुरजीत सिंह फूल, उन्हां नाल करदियां गल किद्दां दीयां रणनीतियां तैयार कीतियां गईयां ने। हाँ जी, स्वागत है जी तुहाडा पंजाबी लोक। देखो जी, कल प्रैस कॉन्फ्रेंस हो गई है, ਉਹਦੇ ਵਿੱਚ रणनीति दसती है आगूआं ने। मैं भी ਉਹਨੂੰ ਬਰੀਫ 'ਚ मैं कर दिना, ਉਹਨੂੰ ਦੱਸ ਦਿੰਦਾ जी। ਉਹਦੇ ਵਿੱਚ ਜਿਹੜੀ ਇੱਕ ਹਫ਼ਤੇ ਦੀ ਹੈਗੀ ਆ ਉਹ ਅਜੇ ਸਾਰੀ ਦੀ ਸਾਰੀ ਇਹਨੂੰ ਸ਼ਾਂਤਮਈ ਰਹਿੰਦੇ ਹੋਇਆ, ਬਿਲਕੁਲ ਸ਼ਾਂਤਮਈ ਰਹਿੰਦੇ ਹੋਇਆ ਤੇ ਸ਼ਾਂਤਮਈ ਕਿਸਮ ਦੇ ਹੀ ਜਿਹੜੀ ਘੋਲ ਦੀ ਫਾਰਮ ਦਿੱਤੀ ਗਈ ਹੈ। ਸਭ ਤੋਂ ਸ਼ਾਂਤਮਈ ਭੁੱਖ ਹੜਤਾਲ ਹੁੰਦੀ ਹੈ। ਸੋ ਭੁੱਖ ਹੜਤਾਲ ਹੈ, ਉਹਦੇ ਵਿੱਚ ਆਹ ਲੜੀਵਾਰ ਸਟੇਜ ਤੋਂ 23 ਤਰੀਕ ਨੂੰ ਸਾਰੇ ਮੁਲਕ ਦੇ ਵਿੱਚ ਅੱਧੇ ਦਿਨ ਦੀ ਭੁੱਖ ਹੜਤਾਲ ਹੈ। ਸਾਰੇ ਲੋਕਾਂ ਨੂੰ, ਕਿਸਾਨਾਂ ਨੂੰ ਕਿਹਾ ਵੀ ਉਹ ਅੱਧੇ ਦਿਨ ਦੀ ਕਰਨ। 27 ਤਰੀਕ ਨੂੰ ਮੋਦੀ ਦੀ ਜਿਹੜਾ ਹੈਗੀ ਆ ਮੂਹਰੇ ਜਦੋਂ ਉਹਦੀ ਮਨ ਕੀ ਬਾਤ ਹੋਊਗੀ, ਥਾਲੀਆਂ ਖੜਕਾਉਣ ਵਾਲੀ ਹੈ। ਤੇ ਇਹਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਭਾਰਤੀ ਪ੍ਰਵਾਸੀ ਹੈਗੇ ਆ ਉਹਨਾਂ ਨੂੰ ਵੀ ਕਿਹਾ ਵੀ ਜਿਹੜੇ ਭਾਰਤੀ ਦੂਤਾਵਾਸ ਹੈ ਭਾਰਤ ਦੇ ਉਹਨਾਂ ਮੁਲਕਾਂ ਦੇ ਵਿੱਚ, ਉੱਥੇ ਉਹ 27 ਤਰੀਕ ਨੂੰ ਰੋਸ ਪ੍ਰਦਰਸ਼ਨ ਕਰਨ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਾਰੀ ਹਫ਼ਤੇ ਦੀ ਐਂ ਕਹਿ ਲਓ ਵੀ ਪਹਿਲਾਂ ਵਰਗੀ ਕੋਈ, ਜਿਵੇਂ ਪਹਿਲਾਂ ਭਾਰਤ ਬੰਦ ਸੀਗਾ, ਟ੍ਰੈਫਿਕ ਜਾਮ ਸੀ, ਦੁਕਾਨਾਂ ਬੰਦ ਸੀ, ਹੋਰ ਸਾਰੇ ਕਾਰੋਬਾਰੀ ਬੰਦ ਸੀਗੇ, ਜਾਂ ਕਾਰੋਬਾਰੀ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਸੀਗੇ ਉਹ ਬੰਦ ਸੀਗੇ, ਉਸ ਤਰ੍ਹਾਂ ਦਾ ਕੋਈ ਜਿਹੜੀ ਜਾਂ ਸਟੇਟ ਹਾਈਵੇ ਬੰਦ ਸੀਗੇ ਜਿਹੜੇ, ਉਸ ਤਰ੍ਹਾਂ ਦੀ ਬੰਦ ਦੀ ਇਹਦੇ ਹਫ਼ਤੇ ਦੇ ਵਿੱਚ ਕੋਈ ਕਾਲ ਨਹੀਂ ਦਿੱਤੀ ਗਈ। ਇਹਨੂੰ ਇੱਕ ਹਫ਼ਤਾ ਸ਼ਾਂਤਮਈ ਰਹਿ ਕੇ ਸਰਕਾਰ ਦਾ ਜਿਹੜਾ ਹੈਗਾ ਰਵੱਈਆ ਹੈਗਾ, ਇਹ ਜਿਹੜੇ ਮੁੱਖ ਮੁੱਦਾ ਆ ਜਿਹੜਾ ਹੁਣ 3 ਕਾਨੂੰਨ ਰੱਦ ਕਰਾਉਣ ਵਾਲਾ ਤੇ MSP ਦੀ ਕਾਨੂੰਨੀ ਗਰੰਟੀ ਕਰਾਉਣ ਵਾਲਾ, ਇਹ ਸੈਂਟਰਲ ਮੁੱਦਾ ਬਣ ਗਿਆ। ਇਹਦੇ ਤੇ ਸਰਕਾਰ ਦਾ ਰਵੱਈਆ ਕੀ ਹੈ। ਜੇ ਉਹਦਾ ਸਰਕਾਰ ਦਾ ਰਵੱਈਏ 'ਚ ਕੋਈ ਨਾ ਪੋਜ਼ੀਟਿਵ ਚੇਂਜ ਆਈ ਤਾਂ ਫਿਰ ਇਹ ਜਿਹੜਾ ਹੈਗਾ ਇਹ ਗਾਹਾਂ ਅਗਲੇ ਜਿਹੜੇ ਹਫ਼ਤੇ ਦੀ ਰਣਨੀਤੀ ਹੋਊਗੀ ਉਹ ਤਿੱਖੀ ਵੀ ਹੋਊਗੀ ਤੇ ਇਦੋਂ ਹਾਇਰ ਲੈਵਲ ਦੀ ਵੀ ਹੋਊਗੀ, ਸਰਕਾਰ ਨੂੰ ਉਹ ਸੇਕ ਲਾਉਣ ਵਾਲੀ ਵੀ ਹੋਊਗੀ। ਪਰ ਅਜੇ ਤੱਕ ਇੱਕ ਹਫ਼ਤਾ ਹੈਗੀ ਆ ਇਹ ਸ਼ਾਂਤਮਈ ਸੰਘਰਸ਼ ਵਾਲੀ ਜਿਹੜੀ ਰਣਨੀਤੀ ਹੈ। ਕੋਈ ਮੀਟਿੰਗ ਦਾ ਸੱਦਾ ਆਇਆ ਜੀ, ਕੋਈ ਚਿੱਠੀ ਸੈਂਟਰ ਸਰਕਾਰ ਵੱਲੋਂ? ਸੈਂਟਰ ਸਰਕਾਰ ਵੱਲੋਂ ਅਜੇ ਤੱਕ ਜਥੇਬੰਦੀਆਂ ਨੂੰ ਸੱਦਾ ਨਹੀਂ ਆਇਆ, ਪਰ ਵਿਵੇਕ ਅਗਰਵਾਲ ਸੈਕਟਰੀ ਹੈਗਾ ਸੈਂਟਰ ਦੇ ਕਿਸੇ ਵਿਭਾਗ ਦਾ, ਸ਼ਾਇਦ ਐਗਰੀਕਲਚਰ ਦਾ, ਸ਼ਾਇਦ ਐਗਰੀਕਲਚਰ ਦਾ ਹੋਵੇ ਜਾਂ ਹੋਰ ਦਾ, ਉਹਦੇ ਵੱਲੋਂ ਇੱਕ ਚਿੱਠੀ ਆਈ ਹੈ। ਤੇ ਨਾਲ ਹੀ ਜਿਹੜਾ ਅਮਿਤ ਸ਼ਾਹ ਦਾ ਬਿਆਨ ਆਇਆ ਬਈ ਅਸੀਂ ਤੋਮਰ ਸਾਹਿਬ ਦੀ ਅਗਵਾਈ 'ਚ ਕਮੇਟੀ ਬਣਾਤੀ ਤੇ ਉਹ 1-2 ਦਿਨਾਂ ਦੇ ਵਿੱਚ ਹੀ ਕਿਸਾਨ ਧਿਰਾਂ ਦੇ ਨਾਲ ਮੀਟਿੰਗ ਕਰੂਗੀ ਤੇ ਮੀਟਿੰਗ ਰਾਹੀਂ ਜਿਹੜਾ ਇਹ ਨਿਬੇੜਾ ਹੈਗਾ ਜਿਹੜਾ ਸੰਘਰਸ਼ ਦਾ, ਉਹਦਾ ਮੀਟਿੰਗ ਰਾਹੀਂ ਉਹਦਾ ਸਮਾਧਾਨ ਕੀਤਾ ਜਾਊਗਾ। ਉਹ ਉਮੀਦ ਹੈ ਵੀ ਉਹ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਚਿੱਠੀ ਦੇ ਵਿੱਚ, ਜਿਹੜਾ ਵਿਵੇਕ ਅਗਰਵਾਲ ਦੀ ਚਿੱਠੀ ਹੈ, ਬਈ ਜਿਹੜੀ ਡੇਟ ਹੈ, ਤਿਥੀ ਹੈ, ਜਿਹੜੀ ਮਿਤੀ ਹੈ, ਉਹ ਕਿਸਾਨ ਜਥੇਬੰਦੀਆਂ ਆਪ ਤੈਅ ਕਰਕੇ ਦੱਸ ਦੇਣ ਤਾਂ ਅਸੀਂ ਮੀਟਿੰਗ 'ਚ ਬੈਠਣ ਨੂੰ ਤਿਆਰ ਹੈ। ਇੰਨਾ ਕੁ ਆਇਆ, ਹਜੇ ਕੋਈ ਡੇਟ ਹਜੇ ਫਿਕਸ ਨਹੀਂ ਹੋਈ, ਫਾਈਨਲ ਨਹੀਂ ਹੋਈ ਡੇਟ ਅਜੇ। ਹੰਸਰਾਜ ਇੱਥੇ ਦਿੱਲੀ ਦੇ ਏਰੀਏ 'ਚ ਕਈ ਪਿੰਡਾਂ 'ਚ ਪ੍ਰਚਾਰ ਕਰ ਰਿਹਾ ਜੀ, ਖੇਤੀ ਕਾਨੂੰਨਾਂ ਬਾਰੇ ਸਮਝਾ ਰਿਹਾ ਲੋਕਾਂ ਨੂੰ ਵੀ ਚੰਗੇ ਨੇ, ਤੇ ਇਹ ਵੀ ਕਹਿ ਰਿਹਾ ਵੀ ਜਿਹੜੀ ਨਰਿੰਦਰ ਤੋਮਰ ਵੱਲੋਂ ਚਿੱਠੀ ਦਿੱਤੀ ਗਈ ਆ ਉਹ ਕਿਸਾਨ ਜਥੇਬੰਦੀਆਂ ਚੰਗੀ ਤਰ੍ਹਾਂ ਪੜ੍ਹਨ, ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨੇ। ਕੀ ਕਹੇਂਗੇ? ਦੇਖੋ ਜੀ, ਭਾਵੇਂ ਹੰਸਰਾਜ ਹੈ, ਭਾਵੇਂ ਹਰਜੀਤ ਗਰੇਵਾਲ, ਜਿੰਨੇ ਵੀ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਹੈ, ਇਹਨਾਂ ਦੇ ਸੰਸਦ ਹੈ, ਇਹਨਾਂ ਦੇ ਜਾਂ ਇਹਨਾਂ ਦੇ ਮੰਤਰੀ ਹੈ, ਸਾਰਿਆਂ ਦੇ ਉਦੋਂ ਤੋਂ ਇੱਕੋ ਹੀ ਹੈ ਇਹਨਾਂ ਦਾ ਵੀ ਕਾਨੂੰਨ ਚੰਗੇ ਹੈ, ਕਾਨੂੰਨ ਚੰਗੇ ਹੈ, ਕਿਸਾਨਾਂ ਦੀ ਭਲਾਈ ਲਈ ਹੈ। ਪਰ
ਇਹ ਹੁਣ ਹੰਸਰਾਜ ਨੇ ਸ਼ੁਰੂ ਕਰ ਲਿਆ ਹੋਣਾ, ਪਰ ਉਹਦੇ ਵਿੱਚ ਕਾਨੂੰਨ ਚੰਗੇ ਕਿਵੇਂ ਹੈ। ਅਸੀਂ ਇੱਕੋ ਹੀ ਮਿਸਾਲ ਹੈ, ਇਹਨਾਂ ਨੇ ਹੁਣ ਜਿਹੜਾ ਤੋਮਰ ਨੇ 8 ਦਸੰਬਰ ਨੂੰ 8 ਦੀ ਤਾਂ ਅਮਿਤ ਸ਼ਾਹ ਨਾਲ ਮੀਟਿੰਗ ਸੀ, 9 ਦਸੰਬਰ ਨੂੰ ਉਹਨਾਂ ਨੇ ਇੱਕ 7 ਸੋਧਾਂ ਵਾਲਾ ਪ੍ਰਸਤਾਵ ਭੇਜਿਆ। ਉਹ ਜੇ ਤੁਸੀਂ ਪੜ੍ਹੋ ਉਹਦੇ ਵਿੱਚ ਕੋਈ ਵੀ ਹੁਣ ਉਹਦੇ 'ਚ ਕਹਿੰਦਾ ਵੀ MSP ਦੀ ਅਸੀਂ ਲਿਖਤੀ ਵਿਸ਼ਵਾਸ ਦੇ ਦਿੰਦੇ ਆ। ਲਿਖਤੀ ਵਿਸ਼ਵਾਸ ਦੀ ਤਾਂ ਮੰਗ ਹੀ ਨਹੀਂ ਕੀਤੀ। MSP ਦੀ ਤਾਂ ਉਹਦੀ ਵੈਲਿਊ ਬਣਦੀ ਹੈ ਜੇ ਉਹਦੀ ਕੋਈ ਕਾਨੂੰਨੀ ਗਰੰਟੀ ਹੁੰਦੀ ਹੈ, ਜਾਂ ਉਹਨਾਂ ਨੇ ਹੋਰ ਇਹੋ ਜਿਹੀਆਂ ਕੋਈ ਸੋਧਾਂ ਕੀਤੀਆਂ ਨੇ ਬਈ ਅਸੀਂ ਉਹ ਪ੍ਰਾਈਵੇਟਾਂ ਨੂੰ ਕਹਿਣ ਦਾ ਭਾਵ ਉਹਦੇ ਵਿੱਚ ਅਸੀਂ ਸੋਧਾਂ ਦੀ ਮੰਗ ਨਹੀਂ ਕਰਦੇ। ਕਾਨੂੰਨਾਂ ਦਾ ਸਾਡੀ ਹੈਗੀ ਆ ਵੀ ਕਾਨੂੰਨਾਂ ਨੂੰ ਜਿੰਨਾ ਚਿਰ ਰੱਦ ਨਹੀਂ ਹੁੰਦੇ ਕਾਨੂੰਨ, ਜਾਂ ਜਿਹੜਾ ਤੀਜਾ ਕਾਨੂੰਨ ਹੈ ਜਿਹੜਾ ਜ਼ਰੂਰੀ ਵਸਤੂਆਂ ਵਾਲਾ ਕਾਨੂੰਨ ਹੈ, ਜ਼ਰੂਰੀ ਵਸਤੂਆਂ ਦਾ ਚੱਲ ਨਾਂ ਉਹਦੇ 'ਚ ਹੈਗਾ, ਉਹ ਐਕਟ ਦਾ ਪਹਿਲਾਂ ਹੀ ਹੈਗਾ, ਉਹਦੇ 'ਚ ਤਾਂ ਇਹਨਾਂ ਨੇ ਸੋਧ ਲੈ ਕੇ ਆਏ ਨੇ। ਐਸੈਂਸ਼ੀਅਲ ਕਮੋਡਿਟੀ ਐਕਟ ਪਹਿਲਾਂ ਦਾ ਹੀ 1954 ਵਿੱਚ ਦਾ ਬਣਿਆ ਹੋਇਆ, ਉਹ ਜਿਹਦੇ ਵਿੱਚ ਕਿਹਾ ਵੀ ਇਹ ਜਿਹੜੀਆਂ ਜ਼ਰੂਰੀ ਚੀਜ਼ਾਂ ਇਹਨਾਂ ਦੀ ਕੋਈ ਜਮਾਖੋਰੀ ਨਹੀਂ ਕਰ ਸਕਦਾ, ਜੇ ਕੋਈ ਕਰੂਗਾ ਤਾਂ ਉਹ ਗੈਰ ਕਾਨੂੰਨੀ ਹੋਊਗਾ ਤੇ ਉਹਦੇ ਵਿਰੁੱਧ ਸਜ਼ਾਯੋਗ ਕਾਰਵਾਈ ਉਹਨੂੰ ਜੇਲ੍ਹ ਜਾਣਾ ਪਊਗਾ, ਵੀ ਤਾਂ ਕਿ ਉਹ ਜਿਹੜੇ ਤਕੜੇ ਵਪਾਰੀ ਆ ਉਹ ਜਮਾਖੋਰੀ ਕਰਕੇ ਆਮ ਖਪਤਕਾਰਾਂ ਦੀ ਛਿੱਲ ਨਾ ਲਾ ਸਕਣ। ਐਕਟ ਦਾ ਪਹਿਲਾਂ ਸੀਗਾ ਹੀ ਜਮਾਖੋਰਾਂ ਨੂੰ ਰੋਕਣ ਵਾਲਾ, ਇਹਨਾਂ ਨੇ ਸੋਧ ਕਰਤੀ। ਉਹਦੇ ਵਿੱਚ ਸੋਧ ਕੀ ਕਰਤੀ ਵੀ ਜਮਾਖੋਰਾਂ ਨੂੰ ਉਹ ਜਮਾਖੋਰੀ ਕਰ ਸਕਦੇ ਆ, ਖਪਤਕਾਰਾਂ ਦੇ ਦੇਸ਼ ਦੀ ਜਨਤਾ ਦੇ ਉਲਟ ਸੋਧ ਕਰਤੀ। ਅਸੀਂ ਤਾਂ ਮੰਗ ਕਰਦੇ ਹਾਂ ਵੀ ਉਹ ਐਕਟ ਸੋਧ ਵਾਪਸ ਲੈ ਲੈਣ। ਐਕਟ ਹੈਗਾ ਪਹਿਲਾਂ, ਐਕਟ ਨੂੰ ਰੱਖਣ। ਜਿਹੜੀ ਸੋਧ ਕੀਤੀ ਹੈ ਇਹਦੇ 'ਚ ਹੁਣ ਇਹਨਾਂ ਨੇ ਉਹ ਸੋਧ ਵਾਪਸ ਲੈ ਲੈਣ। ਸੋ ਇਸ ਕਰਕੇ ਨਾ ਤਾਂ ਉਹ ਸੋਧ ਵਾਪਸ ਲਈ ਹੈ, ਉਹਦੇ 'ਚ ਹੁਣ ਨਾ ਇਹ ਸਮਝਾ ਸਕਿਆ ਸਾਨੂੰ ਅੱਜ ਤੱਕ ਵੀ ਜਮਾਖੋਰ ਤਾਂ ਆਪਣੇ ਸਰਕਾਰੀ ਦਰਬਾਰੇ ਜ਼ੋਰ ਕਰਕੇ, ਜਦੋਂ ਉਹਨਾਂ ਨੂੰ ਨੱਥ ਪਾਉਣ ਵਾਲਾ ਕਾਨੂੰਨ ਸੀ ਉਦੋਂ ਵੀ ਉਹ ਨੇ ਹਟੇ ਜਮਾਖੋਰੀ ਕਰਨੋਂ। ਆਹ 80 ਰੁਪਏ ਕਿਲੋ ਜਿਹੜੇ ਗੰਢੇ ਆ ਉਹ ਜਮਾਖੋਰੀ ਕਰ ਨਹੀਂ ਹੋਇਆ। ਉਹ ਕਾਨੂੰਨ ਜਦੋਂ ਇਹਨਾਂ ਨੂੰ ਨੱਥ ਪਾਉਣ ਵਾਲਾ ਕਾਨੂੰਨ ਸੀ ਉਦੋਂ ਨਹੀਂ ਹਟੇ। ਹੁਣ ਜਦੋਂ ਕਾਨੂੰਨ ਹੀ ਤੁਸੀਂ ਸੋਧਤਾ, ਉਹਨਾਂ ਨੂੰ ਖੁੱਲ੍ਹ ਦੇਤੀ, ਤੇ ਇਹਦਾ ਮਤਲਬ ਉਹਨਾਂ ਦੀ ਕਿੰਨੀ ਪਾਵਰ ਵੱਧ ਜਾਊਗੀ, ਕਿੰਨੇ ਖਪਤਕਾਰਾਂ ਨੂੰ ਹੋਰ ਮੰਝਣਗੇ ਉਹ। ਇਹਦੀ ਕੋਈ ਵੀ ਦਲੀਲ ਹੈ ਉਹ ਐ ਨਹੀਂ ਸਾਬਤ ਕਰ ਸਕੇ ਵੀ ਜਮਾਖੋਰਾਂ ਨੂੰ ਖੁੱਲ੍ਹੀ ਛੁੱਟੀ ਦੇਣ ਦੇ ਨਾਲ ਦੇਸ਼ ਦੇ ਲੋਕਾਂ ਦਾ, ਕਿਸਾਨਾਂ ਦਾ, ਖਪਤਕਾਰਾਂ ਦਾ ਕਿਵੇਂ ਭਲਾ ਹੋਊਗਾ। ਸਾਨੂੰ ਨਹੀਂ ਅਜੇ ਤੱਕ ਸਮਝਾ ਸਕੇ। ਤੁਸੀਂ ਪੁੱਛ ਸਕਦੇ ਹੋ ਇਹ ਮੀਡੀਆ ਵਾਲੇ ਵੀ ਭਾਈ ਸਾਨੂੰ ਐਂ ਦੱਸ ਦਿਓ, ਹੋ ਸਕਦਾ ਸਾਨੂੰ ਨਾ ਸਮਝ ਆਈ ਹੋਵੇ ਵੀ ਕਿਵੇਂ ਇਹ ਕਿਸਾਨਾਂ ਦਾ, ਲੋਕਾਂ ਦਾ ਭਲਾ ਕਿਵੇਂ ਕਰੂਗਾ ਇਹ। ਸੋ ਇਵੇਂ ਦੂਜੇ ਕਾਨੂੰਨ ਹੈਗੇ ਆ, ਉਹ ਸਾਰੀ ਦੀ ਸਾਰੀ ਖੇਤੀ ਨੂੰ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਕਿਸਾਨਾਂ ਨੂੰ ਉਹਨਾਂ ਦੇ ਰਹਿਮੋ ਕਰਮ ਤੇ ਛੱਡਣਾ ਚਾਹੁੰਦੇ ਆ। ਉਹਨਾਂ ਦੇ ਰਹਿਮੋ ਕਰਮ ਤੇ ਹੋ ਜਾਣਗੇ। ਜੇ ਉਹਨੂੰ ਤਰਸ ਆ ਗਿਆ ਤਾਂ ਭਾਵੇਂ ਭਲਾ ਕਰ ਦੇਣ, ਨਾ ਤਰਸ ਆਇਆ ਤਾਂ ਭਾਵੇਂ ਮਾਰ ਦੇਣ। ਸੋ ਇਸ ਕਰਕੇ ਇਹਨੂੰ ਤਾਂ ਹੀ ਅਸੀਂ ਕਿਹਾ ਵੀ ਇਹ ਫਰਮਾਨ ਹੈ ਕਿਸਾਨਾਂ ਦੀ ਮੌਤ ਦਾ। ਇਹ ਚੰਗੀ ਤਰ੍ਹਾਂ ਸਮਝ ਚੁੱਕਿਆ, ਤਾਂ ਹੀ ਤਾਂ ਜਿਹੜਾ ਮਤਲਬ 2 ਲੱਖ ਕਿਸਾਨ ਇੱਥੇ ਬੈਠਾ ਹੋਊਗਾ ਸਾਰੇ ਨਾਕਿਆਂ ਤੇ। ਕਰੋੜਾਂ ਉਹਦੇ ਮਗਰ ਨੇ, ਜਿੰਨੇ ਬੁੱਧੀਜੀਵੀ ਹੈ, ਜਿੰਨੇ ਵਕੀਲ ਹੈ, ਸਾਰਿਆਂ ਨੇ, ਬਾਰ ਐਸੋਸੀਏਸ਼ਨਾਂ ਨੇ, ਸੁਪਰੀਮ ਕੋਰਟ ਤੱਕ ਦੇ ਸਾਰੇ ਹਾਇਰ ਲੈਵਲ ਦੇ ਵਕੀਲ ਉੱਥੇ ਹੁੰਦੇ ਆ। ਉਹਨਾਂ ਨੇ ਵੀ ਆਪਣੀ ਜਿੱਦੇ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਸੀਗਾ, ਜਾਂ ਹੁਣ ਆਹ ਬੰਦ ਦਾ ਦੁਬਾਰੇ ਸੱਦਾ ਦਿੱਤਾ ਸੀ 14 ਤਰੀਕ ਨੂੰ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਇਕੱਠ ਕਰਨ ਵਾਲਾ, ਉਸ ਦਿਨ ਉਹਨਾਂ ਨੇ ਵੀ ਆਪਣੀਆਂ ਬਾਰ ਐਸੋਸੀਏਸ਼ਨਾਂ ਦਾ ਮਤੇ ਪਾ ਕੇ ਕੰਮ ਬੰਦ ਕਰਕੇ ਕਿਸਾਨਾਂ ਦੇ ਸਮਰਥਨ 'ਚ ਉਹਨਾਂ ਨੇ ਹੜਤਾਲ ਕੀਤੀ ਹੈ ਵੀ ਇਹ ਕਾਨੂੰਨ ਮਾੜਾ, ਇਹ ਕਾਨੂੰਨ ਰੱਦ ਹੋਣਾ ਚਾਹੀਦਾ, ਕਿਸਾਨਾਂ ਦੀ ਮੰਗ ਮੰਨੀ ਜਾਣੀ ਚਾਹੀਦੀ ਹੈ। ਜਿਹੜੇ ਰਿਟਾਇਰਡ ਜੱਜ ਆ, ਮੌਜੂਦਾ ਜੱਜ ਦੀ ਤਾਂ ਕੋਈ ਮਜਬੂਰੀ ਹੁੰਦੀ ਹੈ, ਰਿਟਾਇਰਡ ਜੱਜਾਂ ਦੇ ਬਿਆਨ ਆ ਚੁੱਕੇ ਆ। ਫਿਰ ਇਸ ਕਰਕੇ ਇਕੱਲੇ ਜਿਹੜੇ ਸੰਸਦ ਇਹਨਾਂ ਦੇ BJP ਦੇ ਪਾਰਟੀ ਦੇ ਮੰਤਰੀ, ਸੰਸਦ ਦੇ ਵਿਧਾਇਕ ਰਹਿ ਗਏ ਇਕੱਲੇ। ਫਿਰ ਇਹ ਸਾਰੀ ਦੁਨੀਆ ਝੂਠੀ ਹੋ ਗਈ, ਇਹ ਇਕੱਲੇ ਸੰਸਦ ਸੱਚੇ ਹੋ ਗਏ। ਸੋ ਇਸ ਕਰਕੇ ਇਹ ਤਾਂ ਰਾਏਸ਼ੁਮਾਰੀ ਜੇ ਵੇਖਣਾ ਹੋਵੇ ਨਾ, ਇਹਨੂੰ ਰਾਏਸ਼ੁਮਾਰੀ ਕਹਿ ਦਿੰਦੇ ਆ ਵੀ ਵੱਧ ਰਾਏ ਕਿੱਧਰ ਹੈ। ਰਾਏਸ਼ੁਮਾਰੀ ਤਾਂ ਹੋਈ ਪਈ ਹੈ। ਸੋ ਹੁਣ ਇਹਨਾਂ ਦਾ ਹੈਗਾ ਵੀ ਉਹ ਜਿਹੜਾ ਕਾਰਪੋਰੇਟ ਘਰਾਣਿਆਂ ਨਾਲ ਇਹਨਾਂ ਨੇ ਵਾਅਦੇ ਕੀਤੇ ਆ, ਉਹਨਾਂ ਦੀ ਉਹ ਹੱਥ ਰੋਕੇ ਬਣੇ ਹੋਏ ਆ, ਉਹ ਇਹਨਾਂ ਨੂੰ ਨਚਾ ਰਹੇ ਆ ਮਗਰ, ਤੇ ਉਹਨਾਂ ਨੂੰ ਖੁਸ਼ ਕਰਨ ਦੀ ਖਾਤਰ ਇਹ ਅੜੇ ਹੋਏ ਨੇ। ਪਰ ਹੁਣ ਇਹ ਐਂ ਵੀ ਹੈਗਾ ਵੀ ਜਿਹੜੀ ਅੜ ਫਸ ਹੈ, ਇਹ ਐਂ ਨਹੀਂ ਹੁਣ ਵੀ ਇਹ ਜਿਹੜਾ ਕਿਸਾਨ ਜਿੰਨਾ ਸਮਰਥਨ ਦਿੱਤਾ ਦੇਸ਼ ਵਿਦੇਸ਼ ਦੇ ਵਿੱਚੋਂ, ਹੁਣ ਇਸ ਗੱਲ ਨੂੰ ਕੋਈ ਬਿਨਾਂ ਰੱਦ ਕਰਾਉਣ ਤੋਂ ਹੁਣ ਇਹਦਾ ਇਹ ਹੋਊਗਾ ਵੀ ਜਾਂ ਤਾਂ ਰੱਦ ਕਰਨੇ ਪੈਣਗੇ, ਜਾਂ ਫਿਰ ਸਾਨੂੰ ਇੱਥੋਂ ਕੁੱਟ ਕੇ ਠਾਏ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਅਸੀਂ ਕਹਿਤਾ ਸੀਗਾ ਮੰਤਰੀਆਂ ਦੀ ਮੀਟਿੰਗ 'ਚ ਵੀ ਜੇ ਤੁਸੀਂ ਰੱਦ ਨਹੀਂ ਕਰਨੇ ਨਾ, ਫਿਰ ਕਿਸਾਨ ਤਾਂ ਇੱਥੋਂ ਜਾਂਦੇ ਨਹੀਂ, ਸਾਡੇ ਕਹੇ ਤੋਂ ਵੀ ਨਹੀਂ ਜਾਂਦੇ। ਫਿਰ ਤੁਸੀਂ ਐਂ ਕਰੋ ਵੀ ਆਪਣੀ ਫੋਰਸ ਨੂੰ ਕਹੋ ਵੀ ਸਾਡੀਆਂ ਲੱਤਾਂ ਬਾਹਾਂ ਤੋੜੋ, ਸਾਨੂੰ ਬੰਨੋ, ਨੂੜੋ, ਤੇ ਨੂੜ ਕੇ ਤੁਸੀਂ ਆਪਣੇ ਸਾਰਿਆਂ ਨੂੰ ਭਜਾ ਦਿਓ ਪਿੰਡੋਂ ਪਿੰਡੀ, ਫਿਰ ਸੜਕ ਖਾਲੀ ਹੋ ਜਾਊਗੀ। ਸੋ ਇਦੋਂ ਬਿਨਾਂ ਜਾਂ ਤਾਂ ਮੰਨੇ ਤੋਂ ਬਿਨਾਂ, ਜਾਂ ਫਿਰ ਸਖਤੀ ਕੀਤੇ ਤੋਂ ਬਿਨਾਂ ਹੋਰ ਕੋਈ ਇਹਦਾ ਨਵੇੜਾ ਹੋਊਗਾ ਨਹੀਂ। ਮੰਨੋ ਰਹੇ ਨਹੀਂ, ਸਖਤੀ ਵਾਸਤੇ ਅਸੀਂ ਤਿਆਰ ਹਾਂ, ਅਸੀਂ ਕੋਈ ਟੱਕਰਾ ਨਹੀਂ ਕਰਾਂਗੇ, ਅਸੀਂ ਸ਼ਾਂਤਮਈ ਚੱਲਾਂਗੇ, ਜ਼ਬਰ ਨੂੰ ਸਬਰ ਨਾਲ ਚੱਲਾਂਗੇ। ਅਸੀਂ ਤਾਂ ਡੀਕਦੇ ਹਾਂ ਵੀ ਸ਼ੁਰੂ ਕਰਨ, ਉਹ ਲੰਮਾ ਕਿਉਂ ਕਰ ਰਹੇ ਨੇ ਉਹ।
ਅਮਰਿੰਦਰ ਪ੍ਰਤਾਪ ਸਿੰਘ ਨੇ ਖੇਤੀਬਾੜੀ ਮੰਤਰੀ ਬਿਹਾਰ ਦੇ, ਉਹਨਾਂ ਨੇ ਕਿਹਾ ਕਿ ਇੱਥੇ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਮੁੱਠੀ ਪਰ ਦਲਾਲ ਨੇ, ਦਲਾਲ ਦੀ ਭਾਸ਼ਾ ਵਰਤੀ। ਜੇ ਇੱਕ ਮਿੰਟ, ਆ ਜਿਹੜੇ ਹੈਗੇ ਨੇ, ਪਹਿਲਾਂ ਤਾਂ ਮੁੱਠੀ 'ਚ ਕਿੰਨੇ ਹੁੰਦੇ ਨੇ? ਮੁੱਠੀ ਭਰ ਦੇ ਵਿੱਚ ਹੁੰਦੇ ਆ, ਜੇ 2 ਮੁੱਠੀਆਂ ਵੀ ਕਰ ਲਓ 11-12 ਬੰਦੇ ਹੁੰਦੇ ਨੇ। ਫਿਰ ਤਾਂ ਜ਼ਿਆਦਾ ਫਿਰ ਉਹਨਾਂ ਦੀਆਂ ਮੁੱਠੀਆਂ ਉਹਨਾਂ ਨੇ ਨਵੀਆਂ ਬਣਾ ਲਈਆਂ ਹੁਣ, ਜਿਹੜੀ ਮੁੱਠੀ 'ਚ 2 ਲੱਖ ਬੰਦਾ ਆ ਜਾਂਦਾ ਹੋਵੇ, ਇਹੋ ਜਿਹੀ ਮੁੱਠੀ ਜੇ ਕੋਈ ਉਹਨਾਂ ਨੇ ਬਣਾ ਲਈ ਜਿਹਦੇ ਵਿੱਚ 2 ਲੱਖ ਤਾਂ ਇੱਥੇ ਧਰਨੇ 'ਚ ਬੈਠੇ ਨੇ ਇੱਥੇ, ਤੇ ਜਿਹੜੇ ਇਹਨਾਂ ਦੇ ਸਮਰਥਨ 'ਚ ਪਰ ਪਿੰਡਾਂ 'ਚ ਹੈ। ਹੁਣ ਜਿੱਦਾਂ ਭਾਰਤ ਬੰਦ ਹੋਇਆ ਜਾਂ ਆਹ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਇਕੱਠ ਹੋਏ ਨੇ, ਉਹਨਾਂ ਦੀ ਜੇ ਸਾਰੇ ਜ਼ਿਲ੍ਹਿਆਂ ਦੀ ਟੋਟਲ ਗਿਣਤੀ ਕਰਨੀ ਹੋਵੇ ਜਿਹੜੇ ਇਕੱਠਾਂ ਦੀ, ਤਾਂ ਉਹ 10 ਲੱਖਾਂ 'ਚ ਜਾ ਵੜਦੇ ਆ। ਫਿਰ ਇਹ ਪਰਿਭਾਸ਼ਾ ਬਦਲਣੀ ਪਊਗੀ ਇਹਨਾਂ ਨੂੰ ਮੁੱਠੀ ਭਰ ਦੀ, ਵੀ ਮੁੱਠੀ ਭਰ ਦੇ ਵਿੱਚ ਭਾਈ ਕਰੋੜਾਂ ਬੰਦੇ ਵੀ ਆ ਸਕਦੇ ਆ, 10 ਲੱਖਾਂ ਵੀ ਆ ਸਕਦੇ ਆ। ਸੋ ਇਸ ਕਰਕੇ ਬਕਵਾਸ, ਮੇਰਾ ਕਹਿੰਦਾ ਵੀ ਜਿਹੜੇ ਆਮ ਵਿਗਿਆਨਕ ਅਸੂਲ ਇਹ ਹੈ ਵੀ ਜਿਹੜੀ ਗੱਲ ਦਾ ਕੋਈ ਪ੍ਰੂਫ ਨਾ ਹੁੰਦੇ ਹੋਵੇ, ਤੱਥ ਨਾ ਹੋਵੇ ਜਿਹੜੀ ਗੱਲ ਦਾ ਕੋਈ, ਜਾਂ ਤੱਥਾਂ ਮੁਤਾਬਕ ਸਾਬਤ ਨਾ ਕੀਤੀ ਜਾ ਸਕਦੀ ਹੋਵੇ, ਉਹ ਬਕਵਾਸ ਹੀ ਹੁੰਦਾ, ਉਹਨੂੰ ਬਕਵਾਸ ਕਿਹਾ ਜਾਂਦਾ ਇਹ। ਸੋ ਇਸ ਕਰਕੇ ਜੇ ਇਹੋ ਜਿਹਾ ਬਕਵਾਸ ਕਰੀ ਜਾਂਦੇ ਅਸੀਂ ਤਾਂ ਰੋਕ ਨਹੀਂ ਸਕਦੇ ਉਹਨਾਂ ਨੂੰ, ਮੁੱਠੀ ਭਰ ਕਹਿਣ ਵਾਲਿਆਂ ਨੂੰ। ਲੀਲਾ ਰਾਮ ਨੇ ਵਿਧਾਇਕ ਨੇ ਬੀਜੇਪੀ ਦੇ, ਉਹ ਕਹਿ ਰਹੇ ਨੇ ਇੱਥੇ ਲੋਕ ਖਾਲਿਸਤਾਨ ਦੇ ਨਾਅਰੇ ਲਾਉਣ ਲਈ ਉਹ ਬੈਠੇ ਨੇ, ਤੁਸੀਂ ਕੀ ਕਹੋਗੇ? ਦੇਖੋ ਜੀ, ਜਿਹੜੀ ਸਟੇਜ ਹੈ ਜੀ, ਮੇਨ ਜਿਹੜੀ ਸਪੋਕਸਮੈਨ ਹੈ ਉਹ ਸਟੇਜ ਤੋਂ ਬੋਲਦੇ ਆ। ਸਟੇਜ ਤੇ ਜਿਹੜਾ ਜੋ ਵੀ ਕੁਝ ਬੋਲਿਆ ਜਾਂਦਾ ਉਹਨੂੰ ਅਫੀਸ਼ੀਅਲ ਜਾਂ ਅਥੈਂਟਿਕ ਮੰਨਿਆ ਜਾਂਦਾ ਉਹਨੂੰ। ਅੱਜ 26ਵਾਂ ਦਿਨ ਹੋ ਗਿਆ, ਸਟੇਜ ਤੋਂ ਕਿਸੇ ਬੁਲਾਰੇ ਨੇ ਖਾਲਿਸਤਾਨ ਦਾ ਨਾਅਰਾ ਲਾਇਆ ਹੋਵੇ, ਕਿਸੇ ਨੇ ਸਮਾਜਵਾਦ ਦਾ ਨਾਅਰਾ ਲਾਇਆ ਹੋਵੇ, ਕਿਸੇ ਨੇ ਮਾਓਵਾਦ ਦਾ ਨਾਅਰਾ ਲਾਇਆ ਹੋਵੇ, ਤਾਂ ਇੱਕ ਵੀ ਮਿਸਾਲ ਨਹੀਂ ਕੋਈ। ਕਿਸੇ ਬੁਲਾਰੇ ਨੇ ਆਪਣੀ ਸਪੀਚ ਦੇ ਵਿੱਚ ਇਹ ਕੋਈ ਪੋਲੀਟੀਕਲ ਏਜੰਡਾ ਲਿਆਂਦਾ ਹੋਵੇ, ਕੋਈ ਖਾਲਿਸਤਾਨ ਦਾ, ਕੋਈ ਮਾਓਵਾਦ ਦਾ, ਕੋਈ ਸਮਾਜਵਾਦ ਦਾ, ਉਹਦੀ ਵੀ ਇੱਕ ਵੀ ਮਿਸਾਲ ਨਹੀਂ। ਹੁਣ ਇਹ ਲੱਖਾਂ ਬੰਦੇ ਨੇ, ਉਹਦੇ ਵਿੱਚ ਜੇ ਕਿਸੇ ਨੇ ਟਰਾਲੀ 'ਚ ਬੈਠੇ ਨੇ, ਬੰਦਾ ਵਿਅਕਤੀਗਤ ਨੇ, ਕਿਸੇ ਨੇ ਲਾਤਾ ਜਜ਼ਬਾਤ 'ਚ, ਤਾਂ ਉਹਨੂੰ ਤੁਸੀਂ ਐਂ ਕਹੋ ਵੀ ਇਹ ਹੁਣ ਸਟੇਜ ਦਾ ਨਾਅਰਾ ਬਣ ਗਿਆ, ਇਹ ਹੁਣ ਮੋਰਚੇ ਦਾ ਨਾਅਰਾ ਬਣ ਗਿਆ, ਉਹ ਵੀ ਮੇਰਾ ਖਿਆਲ ਹੈ ਗੱਲ ਨੂੰ ਬਾਤ ਦਾ ਬਤੰਗੜ ਬਣਾਉਣ ਵਾਲੀ ਗੱਲ ਕਹੀ ਜਾ ਸਕਦੀ ਹੈ। ਬਾਤ ਦਾ ਬਤੰਗੜ ਕਹਿ ਦਿੰਦੇ ਇਹਨੂੰ। ਹਾਂਜੀ, ਰਾਤ ਪਤਾ ਲੱਗਿਆ ਕੋਈ RSS ਦਾ ਏਜੰਟ ਵੀ ਫੜਿਆ ਗਿਆ ਜੀ ਇੱਥੋਂ ਆਪਣੇ ਟਰਾਲੀਆਂ ਫਿਰਦਾ ਹੋਇਆ, ਕੋਈ ਪਤਾ ਲੱਗਿਆ? ਬਿਲਕੁਲ ਜੀ, ਉਹ ਰਾਤ ਵੀ ਫੜਿਆ ਗਿਆ। ਹੁਣ ਉਹਦੀ ਵੈਸੇ ਮੇਰੇ ਨੋਟਸ 'ਚ ਹੈ ਨਹੀਂ ਜੀ। ਇਦੋਂ ਪਹਿਲਾਂ ਅਸੀਂ 16 ਮੁੰਡੇ 2 ਕੁੜੀਆਂ ਜੀ, ਇੱਥੋਂ ਦਾ ਜਿਹੜਾ ਇਹਨਾਂ ਦਾ ਆਹ ਕੁੰਡਲੀ ਦਾ ਜਿਹੜਾ ਲੋਕਲ ਥਾਣਾ ਪੈਂਦਾ ਜੀ, ਉਹਦੇ ਥਾਣੇ 'ਚ ਫੜਾਇਆ, ਉਹਨਾਂ ਦੀ ਪੜਤਾਲ ਕੀਤੀ ਆ। ਉਹਨਾਂ ਨੂੰ ਜਦੋਂ ਪੁੱਛਿਆ ਅਖੀਰ ਤੇ ਉਹ ਮੰਨੇ ਆ। ਪਹਿਲਾਂ ਝੂਠ ਮਾਰਦੇ ਸੀਗੇ, ਜਦੋਂ ਉਹਨਾਂ ਦਾ ਝੂਠ ਨਾ ਚੱਲਿਆ ਫਿਰ ਉਹਨਾਂ ਨੇ ਕਿਹਾ ਵੀ ਅਸੀਂ DC ਸੋਨੀਪਤ ਨਾਲ ਸੰਬੰਧਿਤ ਹੈ, ਸਾਨੂੰ ਇੰਨੀ ਤਨਖਾਹ ਦਿੱਤੀ ਜਾਂਦੀ ਆ ਤੇ ਸਾਥੋਂ ਆਹ ਕੰਮ ਲਿਆ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੇ ਜਿਹੜੇ ਇਹੋ ਜਿਹੇ ਬੰਦੇ ਤਿਆਰ ਕਰਕੇ, ਕੋਈ ਵੀ ਉਹਨਾਂ ਦਾ ਖੁਫੀਆ ਮਨੋਰਥ ਵੀ ਹੋ ਸਕਦਾ, ਕੋਈ ਸ਼ਰਾਰਤ ਕਰਨ ਵਾਲਾ ਵੀ ਹੋ ਸਕਦਾ। ਇੱਕ ਦਿਨ ਇੱਧਰ ਜਿੱਥੇ ਸਾਡੀ ਉਹ ਮੀਟਿੰਗ ਹੁੰਦੀ ਆ ਆਪਣੇ ਮੋਰਚੇ ਦੀ ਮੀਟਿੰਗ, ਕਜਾਰੀਆ ਜਿਹੜੀ ਮਿੱਲ ਹੈਗੀ ਹੈ, ਉੱਥੇ ਦੀ ਵੀ ਜਿੱਥੇ ਉਹ ਆਪਣਾ ਹਜੂਰ ਸਾਹਿਬ ਵਾਲਿਆਂ ਦਾ ਟੈਂਟ ਲੱਗਿਆ ਹੋਇਆ ਲੰਗਰ ਦਾ, ਉੱਥੇ ਵੀ ਇੱਕ ਦਿਨ ਰਾਤ ਨੂੰ ਘਟਨਾ ਹੋਈ ਹੈ ਵੀ ਜਿਹੜੀਆਂ ਮਸ਼ੀਨਾਂ ਸੀਗੀਆਂ ਜਿਨ੍ਹਾਂ ਦੇ ਬਜ਼ੁਰਗਾਂ ਦੇ ਕੱਪੜੇ ਧੋਣ ਦੀ ਖਾਤਰ ਉਹ ਕੁਝ ਦਾਨੀਆਂ ਨੇ ਦਿੱਤੀਆਂ ਸੀਗੀਆਂ ਤੇ ਕੁਝ ਵਲੰਟੀਅਰ ਉਹ ਸੇਵਾ ਕਰ ਰਹੇ ਸੀਗੇ, ਉਹ ਮਸ਼ੀਨਾਂ ਵੀ ਰਾਤ ਨੂੰ ਤੋੜੀਆਂ ਗਈਆਂ। ਤੇ ਉੱਥੇ ਸ਼ਾਇਦ ਇੱਕ ਤੰਬੂ ਨੂੰ, ਉੱਥੇ ਟੈਂਟ ਨੂੰ ਥੋੜ੍ਹੀ ਘਣੀ ਜ਼ਿਆਦਾ ਤਾਂ ਨਹੀਂ, ਥੋੜ੍ਹੀ ਘਣੀ ਅੱਗ ਵੀ ਲੱਗੀ ਹੈ। ਸੋ ਇਹੋ ਜਿਹੀਆਂ ਸ਼ਰਾਰਤਾਂ ਕਰਨ ਦੀ ਖਾਤਰ ਕਰ ਸਕਦੇ ਆ ਵਿੱਚ, ਪਰ ਉਹ ਸਾਡਾ ਹੈਗਾ ਵੀ ਸਾਡੇ ਐ ਨਹੀਂ ਵੀ ਜੇ ਇਹ ਕੋਈ ਕੰਟਰੋਲ ਨਾ ਹੋਵੇ, ਕੋਈ ਡਿਸਪਲਿਨ ਨਾ ਹੋਵੇ, ਕੋਈ ਸਾਡੀ ਆਪਣੀ ਵਲੰਟੀਅਰ ਫੋਰਸ ਨਾ ਹੋਵੇ ਤਾਂ ਉਹ ਹੁਣ ਨੂੰ ਕੁਛ ਦੀ ਕੁਛ ਕਰਾ ਸਕਦੇ ਸੀ। ਪਰ ਸਾਡਾ ਖੁਫੀਆ ਤੰਤਰ ਵੀ ਹੈ, ਸਾਡੀ ਵਲੰਟੀਅਰ ਫੋਰਸ ਵੀ ਹੈ ਜਿਹੜੀ ਕਿ ਦਿਨ ਰਾਤ ਡਿਊਟੀ ਕਰਦੀ ਹੈ, ਤੇ ਜੇ ਉਹ ਕਰਦੇ ਵੀ ਹੈਗੇ ਆ ਤਾਂ ਉਹ ਸਫਲ ਨਹੀਂ ਹੋਣ ਦਿੱਤੀ ਜਾਂਦੀ, ਤਾਂ ਉਹਦੀ ਉੱਥੇ ਜਿੱਥੇ ਹੁੰਦੀ ਹੈ ਉੱਥੇ ਨੱਪ ਦਿੱਤੀ ਜਾਂਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਉਹ 16 ਮੁੰਡੇ ਤੇ 2 ਕੁੜੀਆਂ ਥਾਣੇ 'ਚ ਫੜਾਏ ਨੇ, ਗਾਹਾਂ ਨੂੰ ਵੀ ਹੋਊਗੀ, ਉਹ ਸਫਲ ਨਹੀਂ ਹੋਣ ਦੇਵਾਂਗੇ ਅਸੀਂ, ਸਾਡੇ ਵਲੰਟੀਅਰ ਉੱਥੇ ਨੱਪ ਲੈਣਗੇ। ਅਹਿਮਦ ਸਾਹਿਬ ਵੱਲੋਂ ਕਿਹਾ ਗਿਆ ਵੀ ਜਲਦ ਨਰਿੰਦਰ ਤੋਮਰ ਕਰਨਗੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨਾਲ ਮੀਟਿੰਗ, ਮਸਲੇ ਦਾ ਹੋਊਗਾ ਹੱਲ, ਕੀ ਲੱਗਦਾ ਜੀ ਤੁਹਾਨੂੰ? ਕਰਨਗੇ ਤਾਂ ਵੇਖੋ ਜੀ, ਜੇ ਉਹ ਸੱਦਾ ਪੱਤਰ ਆਊਗਾ ਜੀ, ਸਾਨੂੰ ਪਹਿਲਾਂ ਵੀ ਮੀਡੀਆ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਮੀਟਿੰਗ 'ਚ ਜਾਓਗੇ ਜਾਂ ਨਾ ਜਾਓਗੇ ਜੀ, ਤਾਂ ਉਹ ਅਸੀਂ ਕਿਹਾ ਵੀ ਜਿਹੜਾ ਏਜੰਡਾ ਹੈਗਾ, ਤਜਵੀਜ਼ ਹੈ, ਜਿਹੜੀ ਤਜਵੀਜ਼ ਪਹਿਲਾਂ ਆਉਣੀ ਚਾਹੀਦੀ ਆ। ਉਹ ਤਜਵੀਜ਼ ਕੀ ਹੋਊਗੀ? ਜੇ ਤਜਵੀਜ਼ਾਂ 'ਤੇ ਅਸੀਂ ਮੀਟਿੰਗ ਕਰਾਂਗੇ, ਜੇ ਤਜਵੀਜ਼ਾਂ 'ਤੇ ਸਾਡੀ ਸਹਿਮਤੀ ਹੋਊਗੀ, ਏਜੰਡੇ 'ਤੇ ਸਾਡੀ ਸਹਿਮਤੀ ਹੋਊਗੀ, ਫਿਰ ਅਸੀਂ ਲਾਜ਼ਮੀ ਮੀਟਿੰਗ ਦੇ ਵਿੱਚ ਜਾਵਾਂਗੇ। ਹਜੇ ਤੱਕ ਉਹਨਾਂ ਦੀ ਨਾ ਕੋਈ ਤਜਵੀਜ਼ ਆਈ ਹੈ, ਨਾ ਕੋਈ ਏਜੰਡਾ ਆਇਆ। ਇਸ ਕਰਕੇ ਜਿੰਨਾ ਚਿਰ ਤਜਵੀਜ਼ ਜਾਂ ਏਜੰਡਾ ਨਹੀਂ ਆਉਂਦਾ,
ਬਕਾਇਦਾ ਰਿਟਰਨ ਲਿਖਤੀ ਰੂਪ ਦੇ ਵਿੱਚ ਉਹਨਾਂ ਚਿਰ ਤੱਕ ਅਜੇ ਮੀਟਿੰਗ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਵੀ ਜਲਦੀ ਹੋਊਗਾ ਮਸਲੇ ਦਾ ਹੱਲ, ਦੂਜੇ ਪਾਸੇ ਉਹ ਸਮਝਾਉਣ ਦੀ ਉਹ ਗੱਲ ਕਰ ਰਹੇ ਨੇ ਜੀ ਉਹਨਾਂ ਦੇ ਜਿਹੜੇ ਜਿੱਦਾਂ ਹੰਸਰਾਜ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਉਹਨਾਂ ਦੇ ਆਗੂ ਨੇ ਉਹ ਇਹਨਾਂ ਦੇ ਫਾਇਦੇ ਉਹ ਸਮਝਾ ਰਹੇ ਨੇ, ਕਹਿ ਰਹੇ ਨੇ ਕਿਸਾਨਾਂ ਦੇ ਹਿੱਤ 'ਚ ਨੇ। ਕੀ ਕहेंगे? ਇੱਕ ਪਾਸੇ ਕਹਿ ਰਹੇ ਨੇ ਮਸਲੇ ਦਾ ਹੱਲ ਹੋਊਗਾ। ਵੇਖੋ ਜੀ ਉਹ ਤਾਂ ਹੁਣ ਆਪਾਂ ਤੁਸੀਂ ਦੁਬਾਰੇ ਕੁਐਸਚਨ ਦਰਹਾਤਾ, ਇਹ ਪਹਿਲੇ ਜਵਾਬ ਦੇਤਾ ਇਹਦਾ ਵੀ ਜੇ ਇਹ ਕਿਸਾਨਾਂ ਦੇ ਹਿੱਤ 'ਚ ਹੁੰਦਾ ਫਿਰ ਆਹ ਜਿਹੜੇ 1 ਮਹੀਨੇ ਤੋਂ ਇੱਥੇ ਲਗਾਤਾਰ ਸੜਕਾਂ ਤੇ ਬੈਠਾ 1 ਲੱਖਾਂ ਬੰਦੇ, ਇਹਨਾਂ ਨੂੰ ਬੈਠਣ ਦੀ ਕੋਈ ਲੋੜ ਨਹੀਂ ਸੀ। ਇਹਨਾਂ ਦਾ ਕੋਈ ਸਿਰ ਨਹੀਂ ਫਿਰਿਆ। ਇਹ ਕੋਈ ਕਿਸੇ ਪਾਰਟੀ ਦੇ ਬੰਦੇ ਨਹੀਂ, ਇਹ ਸਾਰੇ ਕਿਸਾਨ ਹੈ, ਖੇਤੀਆਂ ਕਰਦੇ ਕਰਦੇ ਆਏ ਨੇ। ਜੇ ਹਿੱਤ 'ਚ ਹੁੰਦੇ ਤਾਂ ਇਹਨਾਂ ਨੂੰ ਇੱਥੇ ਬੈਠਣ ਦੀ ਲੋੜ ਨਹੀਂ ਸੀਗੀ। ਜਿਹੜਾ ਇਹ ਸੰਘਰਸ਼ ਚੱਲਿਆ ਜੀ ਇਹਨੇ ਰੂਪ ਰੇਖਾ ਹੀ ਬਦਲਤੀ ਆ, ਸਾਰਿਆਂ ਨੂੰ ਭਾਈਚਾਰੇ ਨੂੰ ਇੱਕ ਕਰਤਾ ਜੀ। ਹੁਣ ਕੀ ਲੱਗਦਾ ਇੱਥੋਂ ਅੱਗੇ ਅਸੀਂ ਕੀ ਖੱਟ ਕੇ ਜਾਵਾਂਗੇ? ਅੱਗੇ ਸਾਡੀਆਂ ਸਾਂਝਾਂ ਨੇ ਜਿਹੜੀਆਂ ਪਿਆਰ ਆ ਪਿੰਡਾਂ 'ਚ ਕਿੱਦਾਂ ਦਾ ਹੋਊਗਾ? ਕੀ ਮਹਿਸੂਸ ਕਰ ਰਹੇ ਹੋ? ਬਿਲਕੁਲ ਜੀ, ਇਹਦੇ ਮੋਰਚੇ ਦੀਆਂ ਕਾਨੂੰਨਾਂ ਨੂੰ ਜਦੋਂ ਰੱਦ ਕਰਾਤਾ ਉਹਦੀ ਫਾਈਨਲ ਜਿੱਤ ਹੋਊਗੀ। ਪਰ ਇਸ ਤੋਂ ਪਹਿਲਾਂ ਇਹਨੇ ਅੰਸ਼ਕ ਜਿੱਤਾਂ, ਫਾਈਨਲ ਜਿੱਤਾਂ ਤੋਂ ਪਹਿਲਾਂ ਵੱਡੀਆਂ ਜਿੱਤਾਂ ਇਹਨੇ ਪ੍ਰਾਪਤ ਕਰ ਲਈਆਂ। ਸਭ ਤੋਂ ਵੱਡੀ ਗੱਲ ਤਾਂ ਜਿਹੜਾ ਕਿਸਾਨਾਂ ਦਾ, ਜਿਹੜਾ ਮਜ਼ਦੂਰਾਂ ਦਾ ਤੇ ਅੱਡ, ਉਹ ਇਹਨਾਂ ਨੇ ਭਾਈਚਾਰਕ ਏਕਾ ਮਜ਼ਬੂਤ ਕਰਤਾ। ਜਿਹੜਾ ਕਿ ਪੋਲੀਟੀਕਲ ਪਾਰਟੀਆਂ ਨੇ ਵੋਟ ਸਿਆਸਤ ਰਾਹੀਂ ਜਿਹੜਾ ਕਿ ਪਿੰਡਾਂ 'ਚ ਦਫੇੜ ਪਾਈ ਹੋਈ ਸੀਗੀ, ਉਹ ਏਕਾ ਮਜ਼ਬੂਤ ਕਰਤਾ। ਕੱਲਾ ਕਿਸਾਨਾਂ ਦਾ ਇੱਕ ਹੀ ਮਜ਼ਬੂਤ ਨਹੀਂ ਕੀਤਾ। ਜਿਹੜਾ ਪੰਜਾਬ ਤੇ ਹਰਿਆਣੇ ਨੂੰ ਹੁਣ ਤੱਕ ਜਿਹੜੇ ਇੱਥੋਂ ਦੇ ਜਿਹੜੇ ਰਾਜਨੀਤੀਵਾਨ ਹੈ ਜਿਹੜੀ ਇਹਨੂੰ ਦੋਨਾਂ ਨੂੰ ਪੜ੍ਹਾਉਂਦੇ ਰਹੇ ਆ ਅੱਡ ਅੱਡ ਮੁੱਦਿਆਂ ਤੇ, ਉਹ ਹੁਣ ਵੀ ਉਹਨਾਂ ਨੇ, ਅੱਜ ਤੁਸੀਂ ਪੜ੍ਹਿਆ ਹੋਣਾ ਖੱਟਰ ਦਾ ਬਿਆਨ, ਹੁਣ ਉਹਨਾਂ ਨੂੰ ਉਹ SYL ਯਾਦ ਆ ਗਈ। ਕਿਤੇ ਨਹੀਂ ਪਹਿਲਾਂ ਯਾਦ ਆਈ, ਹੁਣ SYL ਯਾਦ ਆਈ ਹੈ। ਸੋ ਪਰ ਇਹਨਾਂ ਨੇ ਸਾਰਿਆਂ ਨੂੰ ਮੁੱਦਿਆਂ ਨੂੰ ਪਿੱਛੇ ਰੱਖਤਾ ਵੀ ਸਾਡੇ ਲਈ ਪਹਿਲਾਂ ਇੱਕ ਆ ਤੇ ਕਾਨੂੰਨ ਵਾਪਸ ਕਰਾਉਣੇ ਪਹਿਲੀ ਗੱਲ ਹੈ, ਬਾਕੀ ਮੁੱਦੇ ਫੇਰ ਹੈ। ਸੋ ਇਸ ਕਰਕੇ ਇਹਦਾ ਅਸਰ ਹੈ ਜਿਹੜਾ ਜਦੋਂ ਪਿੰਡਾਂ 'ਚ ਮੋਰਚਾ ਜਿੱਤ ਕੇ ਜਾਣਗੇ, ਪਿੰਡਾਂ 'ਚ ਜਿਹੜੀਆਂ ਧੜੇਬੰਦੀਆਂ ਹੈਗੀਆਂ ਨੇ, ਜਿਹੜੀਆਂ ਵੋਟ ਪਾਰਟੀਆਂ ਨੇ ਪਾਈਆਂ, ਉਹ ਵੀ ਖਤਮ ਹੋਣਗੀਆਂ ਤੇ ਪਿੰਡਾਂ ਦੀ ਜਿਹੜੀ ਆਮ ਪੰਚਾਇਤਾਂ ਨੇ, ਲੋਕ ਪੰਚਾਇਤਾਂ, ਉਹਦੇ ਵਿੱਚ ਕਿਸਾਨਾਂ, ਮਜ਼ਦੂਰਾਂ, ਕਿਰਤੀ ਲੋਕਾਂ ਦੀ ਚੱਲਿਆ ਕਰੂਗੀ। ਇਹ ਜਿਹੜੇ ਸਿਆਸਤਦਾਨ ਹੈ ਇਹਨਾਂ ਨੂੰ ਪਿੱਛੇ ਹਟਣਾ ਪਊ। ਐ ਸਮਝ ਲਓ ਵੀ ਜੇ ਇੰਡੀਆ ਦਾ ਰਾਜ ਨਾ ਕਹੋ ਤਾਂ ਪਿੰਡਾਂ ਦੇ ਵਿੱਚ ਇਸ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦਾ ਰਾਜ ਹੋਊਗਾ ਜੀ। ਇਹ ਮੋਰਚੇ ਦੀ ਵੱਡੀ ਪ੍ਰਾਪਤੀ ਹੋਊਗੀ ਜੀ। ਧੰਨਵਾਦ ਜੀ, ਧੰਨਵਾਦ। ਇਹ ਸਨ ਸਾਡੇ ਨਾਲ ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ। ਇਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਜਿੱਤ ਤਾਂ ਪਹਿਲਾਂ ਇਹ ਮੋਰਚੇ ਦੀ ਹੋਊਗੀ ਜਦੋਂ ਅਸੀਂ ਜਿੱਤ ਕੇ ਵਾਪਸ ਜਾਵਾਂਗੇ, ਪਰ ਫਿਰ ਇਹਨੇ ਜੋ ਦਫਾੜ ਸੀਗੇ ਪਿੰਡਾਂ 'ਚ ਧੜੇਬਾਜ਼ੀਆਂ ਸੀਗੀਆਂ ਉਹ ਵੀ ਖਤਮ ਹੋ ਜਾਣਗੀਆਂ। ਪਿਆਰ ਵਧਿਆ ਏ ਤੇ ਏਕਾ ਵਧਿਆ ਏ। ਸਾਡੀ ਸਭ ਤੋਂ ਵੱਡੀ ਜਿੱਤ ਤਾਂ ਇਹ ਹੈ, ਅਸੀਂ ਆਪਣੇ ਆਪ ਨੂੰ ਇੱਕ ਦੂਜੇ ਦੇ ਲਈ ਮਹਿਸੂਸ ਕਰ ਰਹੇ ਹਾਂ ਬਈ ਅਸੀਂ ਇੱਕ ਦੂਜੇ ਦੇ ਭਾਈਆਂ ਤੇ ਸਾਡਾ ਜਿਹੜੇ ਦਫਾੜ ਸੀਗੇ ਉਹ ਖਤਮ ਕੀਤੇ ਨੇ, ਸੇਕੇ ਨੇ, ਤੇ ਜਿਹੜਾ ਸੰਘਰਸ਼ ਹੈ ਅਸੀਂ ਜਿੱਤ ਕੇ ਜ਼ਰੂਰ ਇੱਥੋਂ ਵਾਪਸ ਜਾਵਾਂਗੇ। ਕੈਮਰਾਮੈਨ ਮੰਗੇ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ, ਦਿੱਲੀ।